महिला प्रत्याशी हैं और महिला प्रत्याशी होने के नाते महिलाओं की समस्या से ज़्यादा आप जानकार हैं भी कि उनके महिलाओं को क्या दिक्कत होती है दूर जाने में या रोज़गार के अवसर प्राप्त करने में और गांव के जो हर बात को आगे रखने में या अधिकारियों से बात करने में। तो आप उनकी जो समस्याएं हैं वो हल करवाने के लिए, जैसे आप बहुत अच्छा बोलती हैं, तो हमें लगता है भी आप एक अच्छे जनप्रतिनिधि हो सकते हैं। तो आप महिलाओं के बारे में क्या सोचती हैं थोड़ा? मतलब मेन पॉइंट मेरा मतलब गर्ल्स ਨੂੰ ਲੈ ਕੇ ਲੇਡੀਜ਼ ਨੂੰ ਲੈ ਕੇ ਹੈ, ਠੀਕ ਹੈ ਜੀ। ਮੈਂ ਮਤਲਬ ਇੱਕ ਖੁਦ ਲੇਡੀਜ਼ ਹੋ ਕੇ ਲੇਡੀਜ਼ ਦਾ ਦਰਦ ਸਮਝਦੀ ਹਾਂ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਕੁੜੀਆਂ ਨੂੰ ਬਿਲਕੁਲ ਬੈਕਵਰਡ ਰੱਖਿਆ ਜਾਂਦਾ ਹੈ। ਮਤਲਬ ਮੇਰੀ ਸੋਚ ਹੈ ਇਹੀ ਹੈ ਵੀ ਕੁੜੀਆਂ ਨੂੰ ਲੇਡੀਜ਼ ਨੂੰ ਅੱਗੇ ਲਿਆਂਦਾ ਜਾਵੇ ਹਰ ਮਤਲਬ ਪੁਆਇੰਟ ਦੇ ਉੱਤੇ। ਮੈਂ ਕੁੜੀਆਂ ਦਾ ਮਤਲਬ ਰੋਜ਼ਗਾਰ ਨੂੰ ਲੈ ਕੇ, ਜਿਵੇਂ ਕੁਛ ਵੀ ਰੋਜ਼ਗਾਰ ਹੋਵੇ ਐਵਰੀਥਿੰਗ, ਜਿਵੇਂ ਮਤਲਬ ਮੈਂ ਉਹਨਾਂ ਦੀ ਸਪੋਰਟ ਕਰੂੰ ਸਿੱਖਿਆ ਨੂੰ ਲੈ ਕੇ, ਠੀਕ ਹੈ, ਸਿੱਖਿਆ ਨੂੰ ਲੈ ਕੇ, ਸਪੋਰਟਸ ਨੂੰ ਲੈ ਕੇ। ਸਪੋਰਟਸ ਬॉयਜ਼ ਅੱਗੇ ਆ ਰਹੇ ਹਨ ਪਰ ਗਰਲਸ ਬਿਲਕੁਲ ਅੱਗੇ ਨਹੀਂ ਆ ਰਹੀਆਂ ਕਿਉਂਕਿ ਉਹਨਾਂ ਨੂੰ ਸਪੋਰਟ ਨਹੀਂ ਮਿਲ ਰਹੀ। ਮੈਂ ਮਤਲਬ ਸਰਪੰਚ ਪਦ ਇਸੇ ਕਰਕੇ ਲੜ ਰਹੀ ਹਾਂ ਕਿਉਂਕਿ ਮੈਂ ਕੁਝ ਆਪਦੇ ਕੋਲੋਂ ਮਦਦ ਕਰੂੰਗੀ, ਕੁਝ ਮੇਰੇ ਕੋਲੇ ਪਾਵਰ ਹੋਊਗੀ ਤਾਂ ਮੈਂ ਕੁੜੀਆਂ ਨੂੰ ਅੱਗੇ ਲਿਜਾ ਸਕਦੀ ਹਾਂ। ਕਿਉਂਕਿ ਮੈਂ ਖੁਦ ਐਥਲੀਟ ਰਹੀ ਹੋਈ ਹਾਂ, ਮੇਰਾ ਸਪੋਰਟਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਮੈਂ ਕੁੜੀਆਂ ਨੂੰ ਅੱਗੇ ਜਾਣਾ ਚਾਹੁੰਦੀ ਹਾਂ ਸਪੋਰਟਸ ਦੇ ਮਾਮਲੇ 'ਚ ਵੀ, ਸਕੂਲ ਸਿੱਖਿਆ ਦੇ ਮਾਮਲੇ 'ਚ ਵੀ, ਰੋਜ਼ਗਾਰ ਦੇ ਮਾਮਲੇ ਜਿੰਨਾ ਮੈਂ ਜਾਣਦੀ ਹਾਂ ਵੱਧ ਤੋਂ ਵੱਧ ਮੈਂ ਕੁੜੀਆਂ ਨੂੰ ਨੌਲੇਜ ਦੇਵਾਂਗੀ, ਜਿਵੇਂ ਕਿਸੇ ਵੀ ਮਾਮਲੇ 'ਚ ਹੋਵੇ ਜਿੰਨੀ ਕਿ ਮੈਨੂੰ ਨੌਲੇਜ ਹੈ। ਬਾਕੀ ਮੈਂ ਬਹੁਤ ਮਤਲਬ ਕੋਸ਼ਿਸ਼ ਇਹੀ ਕਰੂੰਗੀ ਮੈਂ ਵੱਧ ਤੋਂ ਵੱਧ ਨੌਲੇਜ ਇਕੱਠੀ ਕਰਕੇ ਗਾਂ ਸਪਰੈਡ ਕਰਾਂ ਤੇ ਕੁੜੀਆਂ ਨੂੰ ਜਿਵੇਂ ਸਪੋਰਟਸ ਲੈ ਕੇ ਜਾਂ ਰੋਜ਼ਗਾਰ ਲੈ ਕੇ, ਸਪੋਰਟਸ ਦੇ ਵਿੱਚ ਬਿਲਕੁਲ ਨਹੀਂ ਅੱਗੇ ਆ ਰਹੀਆਂ ਤਾਂ ਮੇਰੀ ਸੋਚ ਇਹੀ ਹੈ ਕੁੜੀਆਂ ਨੂੰ ਮੈਂ ਸਪੋਰਟਸ ਦੇ ਵਿੱਚ ਲੈ ਕੇ ਆਵਾਂ। ਸਾਡੇ ਦੋਨਾਂ ਪਿੰਡਾਂ ਦੀ ਪੰਚਾਇਤ 'ਚ ਕੋਈ ਵੀ ਜਿਮ ਨਹੀਂ ਹੈ, ਕੋਈ ਵੀ ਸਪੋਰਟਸ ਸਮਾਨ ਨਹੀਂ ਹੈ, ਬਿਲਕੁਲ ਵੀ ਨਹੀਂ ਹੈ, ਠੀਕ ਹੈ। ਪਹਿਲੀ ਗੱਲ ਮੇਰੀ ਸੋਚ ਇੱਥੋਂ ਹੀ ਸਟਾਰਟ ਹੁੰਦੀ ਹੈ ਵੀ ਮੈਂ ਕੁੜੀਆਂ ਦੇ ਲਈ ਜਿਮ ਖਲਵਾਵਾਂ, ਠੀਕ ਹੈ ਤਾਂ ਇੰਪੋਸੀਬਲ ਪਰ ਮੇਰੀ ਜਿੱਥੋਂ ਤੱਕ ਮਤਲਬ ਕੋਸ਼ਿਸ਼ ਹੋਈ, ਠੀਕ ਹੈ, ਕੁੜੀਆਂ ਲਈ ਮੈਂ ਸਪੋਰਟਸ ਦਾ ਸਮਾਨ ਲੈ ਕੇ ਆਉਂਗੀ। ਮੁੰਡਿਆਂ ਲਈ ਹੈ ਕੁਛ ਆਪਾਂ ਮਤਲਬ ਮੁੰਡਿਆਂ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਇਹ ਗੱਲ ਨਹੀਂ ਹੈ 50-50 ਹੈ ਮੇਰੇ ਲਈ, बॉयज़ भी मेरे लिए उतनी ज़रूरी है, गर्ल्स भी मेरे लिए उतनी ही ज़रूरी है, ठीक है जी। ये तो हो गया जैसे अपने खेल के ऊपर, हाँ भी खेल के अंदर अपने युवा हैं जो आगे बढ़े और अपने गांव का और अपने क्षेत्र का नाम रोशन करें और गांव आगे बढ़े। और इसी के ऊपर सबसे बड़ा सवाल ये है कि गाँव के अंदर अब नशा बहुत ज़्यादा प्रचलित है, हर युवा इसकी चपेट में आता जा रहा है और इसके परिणाम भी हम देख रहे हैं दिन प्रतिदिन। कभी कहीं कोई हत्या या कहीं लूटपाट या कहीं पर चोरी, ये सब नशे की ही देन है। तो इसके बारे में आप सरपंच होने के नाते क्या इस पे कदम उठाएंगे आप? देखो ये नशा मतलब खत्म करना बहुत सरकार लिए भी औखी गल है। नशा खत्म हो नहीं रहा, ये मतलब आप हर बंदा, हर बच्चा, हर बच्ची नशा खत्म, ये नहीं है भी सरकार का ही रोल है ਜਾਂ ਇੱਕ ਸਰਪੰਚ ਦਾ ਹੀ ਰੋਲ ਹੈ ਵੀ ਉਹੀ ਨਸ਼ਾ ਖਤਮ ਕਰੇ, ਬਿਲਕੁਲ ਨਹੀਂ ਹੈ। ਛੋਟੇ ਬੱਚੇ ਨੂੰ ਲੈ ਕੇ ਜਦੋਂ ਆਪਾਂ ਮਤਲਬ ਉਹਨੂੰ ਮਤਲਬ ਦੱਸਾਂਗੇ, ਉਹਦੇ ਮਾਈਂਡ 'ਚ ਇਹ ਕਰਾਂਗੇ ਵੀ ਨਸ਼ਾ ਕਰਨਾ ਵੀ ਮਾੜੀ ਗੱਲ ਹੈ, ਨਸ਼ੇ ਨੂੰ ਵੇਚਣਾ ਵੀ ਮਾੜੀ ਗੱਲ ਹੈ, ਨਸ਼ੇ ਵਾਲੇ ਬੰਦੇ ਦੇ ਨੇੜੇ ਜਾਣਾ ਵੀ ਮਾੜੀ ਗੱਲ ਹੈ। ਫਿਰ ਇੱਕ ਗੱਲ ਹੋਰ ਹੈ, ਨਸ਼ੇ ਨੂੰ ਬੰਦੇ ਜ਼ਿਆਦਾ ਸਪੋਰਟ ਦੇਈ ਜਾਂਦੇ, ਪਰ ਮੇਰੇ ਕੋਲੇ ਜਿੱਥੋਂ ਤੱਕ ਵੀ ਕੁੜੀਆਂ ਲੇਡੀਜ਼ ਜਿੰਨੀਆਂ ਵੀ ਮੇਰੇ ਫਰੈਂਡ ਸਰਕਲ 'ਚ ਕੁੜੀਆਂ ਜੁੜੀਆਂ ਹੋਈਆਂ ਅੱਜ ਵੀ ਇਹ ਮੁੱਦਾ ਰੱਖਦੀਆਂ ਵੀ ਆਪਾਂ ਪਹਿਲੀ ਗੱਲ ਇਹ ਹੈ ਵੀ ਆਪਾਂ ਨਸ਼ੇ ਨੂੰ ਖਤਮ ਕਰਨਾ, ठीक है। जितों तक मेरा मतलब मानना है ਐਤਕੀ ਅਸੀਂ मतलब यही मतलब कुड़ियां दी युवा मतलब संगठन ਨੂੰ ਲੈ ਕੇ मतलब ਕੱਟ ਕਰਕੇ ਅਸੀਂ ਕੁੜੀਆਂ ਹੀ ਇਹ ਰੋਲ ਨਿਭਾਵਾਂਗੇ ਨਸ਼ੇ ਨੂੰ ਖਤਮ ਕਰਨ ਦੇ। ਜਿਵੇਂ ਉਹਨਾਂ ਦਾ ਕੋਈ ਬ੍ਰਦਰ ਹੈ मतलब ਪਾਪਾ ਹੈ ਜਾਂ ਉਹਨਾਂ ਦੇ ਦਾਦਾ ਜੀ ਹੈ, ਸਿਰਫ ਇਹ ਨਹੀਂ ਹੈ ਵੀ ਆਪਾਂ ਪਿੰਡ ਨੂੰ मतलब ਸਾਰੇ ਨਸ਼ਾ ਖਤਮ ਕਰ ਦਈਏ, ਆਪਾਂ ਉਹਦੇ ਅਸੀਂ ਘਰਾਂ ਦਾ ਧਿਆਨ ਰੱਖੀਏ। ਤਾਂ ਮੈਂ ਜਿੱਥੋਂ ਤੱਕ ਹੋ ਸਕੇ ਮੈਂ ਕੁੜੀਆਂ ਨੂੰ मतलब ਪ੍ਰਮੋਟ ਇਹੀ ਕਰੂੰਗੀ ਵੀ ਆਪਾਂ ਸਾਰੇ ਰਲ ਕੇ ਇਹੀ ਕਦਮ ਉਠਾਈਏ। मतलब ਮੇਨ ਪੁਆਇੰਟ ਬਾਕੀ ਜਿਹੜੇ ਕੋਈ मतलब ਨਸ਼ਾ ਵੇਚਦੇ ਆ ਚਾਹੇ ਉਹ ਕੋਈ ਵੀ ਹੋਵੇ, ਐਵਰੀਥਿੰਗ ਮੇਰੇ ਲਈ ਸਾਰੇ ਇੱਕ ਹੈ। ਤਾਂ ਮੈਂ मतलब ਪੂਰਾ ਕੋਸ਼ਿਸ਼ ਇਹੀ ਕਰੂੰਗੀ ਵੀ ਮੈਂ ਉਹਨਾਂ ਨੂੰ मतलब ਨਸ਼ੇ ਦੇ ਚਲੋ ਠੀਕ ਹੈ ਆਪਾਂ ਸਮਝਾ ਸਕਦੇ, ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ मतलब ਕਿਵੇਂ ਵੀ ਆਪਾਂ ਨਸ਼ੇ ਨੂੰ ਆਪਣੇ ਪਿੰਡ ਤੋਂ ਦੂਰ ਲੈ ਕੇ ਜਾਣਾ भी उनको आप मुख्य धारा में जोड़ने का प्रयास करेंगे। हाँ जी। जिससे क्या है कि ये मान सकते हैं भी अपने जन जागृति का जो अभाव है गांवों में, हाँ लोगों को ज्ञान नहीं है, अज्ञानवश के कारण भी लोग नशे की ओर बढ़ रहे हैं। हाँ जी। जिसके कारण या तो संगत कह सकते हैं
या फिर ਹਾਂਜੀ ਗਲਤ ਸੰਗਤ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ ਬੈਡ ਕੰਪਨੀ ਦਾ, ਤਾਂ ਕਰਕੇ ਮਤਲਬ ਛੋਟੇ ਬੱਚਿਆਂ ਨੂੰ ਹੀ ਆਪਾਂ ਸਹੀ ਸੰਗਤ ਸਹੀ ਗਾਈਡਨੈਸ ਕਰਾਂਗੇ ਤਾਂ ਬੱਚੇ ਸ਼ਾਇਦ ਮਤਲਬ ਜਿਵੇਂ ਛੋਟੇ ਲੈ ਕੇ ਜਿਵੇਂ 5-7 ਸਾਲ 10 ਸਾਲ ਦੀਆਂ ਬੱਚੀਆਂ ਵੀ ਮੇਰੇ ਕੋਲ ਹੈ, ਉਹ ਵੀ ਆਪਣੇ ਆਪ ਨੂੰ ਜਾਗਰੂਕ ਕਰਨ, ਉਹਨਾਂ ਨੂੰ ਨੌਲੇਜ ਹੋਵੇ ਵੀ ਸਾਡੇ ਘਰ ਵਿੱਚ ਨਸ਼ਾ ਆਉਂਦਾ ਹੈ ਤਾਂ ਅਸੀਂ ਉਹਨੂੰ ਮਤਲਬ ਉਹਦੇ ਨਾਲ ਕਿਵੇਂ ਡੀਲ ਕਰਨਾ ਹੈ ਜਾਂ ਉਹਨੂੰ ਸਮਝਾ ਲਈਏ ਜਾਂ ਕੁਝ ਵੀ ਕਰ ਲਈਏ। ਤਾਂ ਮੇਰੀ ਕੋਸ਼ਿਸ਼ ਇਹੀ ਹੈ, ਸ਼ਾਇਦ ਜੈਂਟਸ ਨੂੰ ਸਮਝਾਉਣਾ ਲੇਡੀਜ਼ ਲਈ ਬਹੁਤ ਵੱਡੀ ਗੱਲ ਹੈ, ਪਰ ਅਸੀਂ ਸ਼ਾਇਦ ਇਹੀ ਮੁੱਦਾ ਮਤਲਬ ਚੱਕਾਂਗੇ ਕਿ ਮੇਰੇ ਨਾਲ ਕੁੜੀਆਂ ਜਾਂ ਬੁੜੀਆਂ ਹੀ ਮਤਲਬ ਲੇਡੀਜ਼ ਇਕੱਠੀਆਂ ਹੋ ਕੇ ਅਸੀਂ ਸਿਰਫ ਨਸ਼ੇ ਦੇ ਖਿਲਾਫ ਬਹੁਤ ਮਤਲਬ ਕਦਮ ਉਠਾਵਾਂਗੇ। ਇਹ ਤਾਂ ਮੇਰਾ ਮੇਨ ਪੁਆਇੰਟ ਆਫ ਰਹੂਗਾ, ਚਾਹੇ ਉਹ ਮੇਰਾ ਪਰਸਨਲ ਬੰਦਾ ਹੀ ਕਿਉਂ ਨਾ ਹੋਵੇ। ਜੇ ਕੋਈ ਨਸ਼ਾ ਵੇਚੂਗਾ ਜਾਂ ਮਤਲਬ ਖਾਣ ਤੇ ਰੋਕ ਨਹੀਂ ਕਰੂੰਗੀ, ਖਾਣਾ ਉਹਨਾਂ ਦਾ ਮੰਨਣਾ, ਪਰ ਵੇਚਣ ਲਈ ਮੈਂ ਮਤਲਬ ਉਹਦੇ ਤੇ ਮਤਲਬ ਚਾਹੇ ਉਹ ਮੇਰਾ ਫਾਦਰ ਸਾਹਿਬ ਜਾਂ ਮੇਰੇ ਕੁਝ ਵੀ ਹੋਣ ਰਿਲੇਸ਼ਨ ਚ, ਦੈਟਸ ਇਟ, ਮੈਂ ਸਭ ਲਈ ਇੱਕ ਹੈਗੀ ਆ। ਮੈਨੂੰ ਮਤਲਬ ਚੰਗਾ ਨਹੀਂ ਲੱਗਦਾ ਹੁਣ ਮੇਰੇ ਕੋਲ ਕੋਈ ਪਾਵਰ ਹੈ ਨਹੀਂਗੀ, ਠੀਕ ਹੈ, ਜਦੋਂ ਮਤਲਬ ਠੀਕ ਹੈ ਜਿੰਨੀ ਕੁ ਪਾਵਰ ਹੈਗੀ ਹੁਣ ਵੀ ਆਪਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿੰਨੀਆਂ ਵੀ ਮੇਰੇ ਨਾਲ ਯੂਥ ਕੁੜੀਆਂ ਜੁੜੀਆਂ ਹੋਈਆਂ ਉਹਨਾਂ ਦਾ ਇਹੀ ਮੰਨਣਾ ਹੈ ਵੀ ਆਪਾਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਨਸ਼ਾ ਹੀ ਖਤਮ ਕਰਾਂਗੇ। बहुत बढ़िया सोच के साथ आप आगे बढ़ रहे हैं। ਚਾਹੇ ਮੈਂ ਮਤਲਬ ਇਹੀ ਪੁਆਇੰਟ ਰੱਖਿਆ, ਚਾਹੇ ਉਹ ਮੇਰਾ ਪਰਸਨਲ ਬੰਦਾ ਹੀ ਕਿਉਂ ਨਾ ਹੋਵੇ, ਜੇ ਉਹ ਨਸ਼ਾ ਪਿੰਡ ਦੇ ਵਿੱਚ ਸਪਲਾਈ ਕਰੂਗਾ ਤਾਂ ਠੀਕ ਹੈ, ਮੇਰੀ ਇਕੱਲੀ ਦੀ ਪਾਵਰ ਨਹੀਂ ਹੈ ਕਿਉਂਕਿ 50-50 ਹੋ ਕੇ 100 ਬਣਦਾ ਹੈ। ਤਾਂ ਜਿੰਨੀਆਂ ਮੇਰੇ ਨਾਲ ਯੂਥ ਕੁੜੀਆਂ ਜਾਂ ਲੇਡੀ ਜੁੜੀਆਂ ਹੋਣਗੀਆਂ ਅਸੀਂ ਇੱਕ ਗਰੁੱਪ ਬਣਾਵਾਂਗੇ। ਕੋਈ ਵੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਖਾਣ ਤੇ ਰੋਕ ਨਹੀਂ ਹੁੰਦੀਗੀ, ਪਹਿਲਾਂ ਵੇਚਣ ਤੇ ਰੋਕ ਹੋਊਗੀ, ਫਿਰ ਜਾ ਕੇ ਸਮਝਾਇਆ ਜਾਊਗਾ, ਜਿੱਥੋਂ ਤੱਕ ਕੋਸ਼ਿਸ਼ ਹੋਈ ਉਹਨਾਂ ਨੂੰ ਦਵਾਈ ਸਪਲਾਈ ਕੀਤੀ ਜਾਊਗੀ। ਅਸੀਂ ਨਸ਼ਾ ਆਪਦੇ ਦੋਨੇ ਪਿੰਡਾਂ ਚੋਂ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਇਹ ਮੇਰਾ ਮੇਨ ਮੁੱਦਾ ਰਹੂਗਾ ਜੀ। बहुत बढ़िया सोच से आप आगे बढ़ रहे हैं। इसी के ऊपर हम आपसे एक और सवाल पूछते हैं, जैसे गांव के अंदर बीपीएल कार्ड है, एपीएल कार्ड है, प्रधानमंत्री आवास योजना है और मनरेगा है, ऐसी योजनाओं का लाभ लोगों को बहुत कम मिलता है और काफ़ी हमने सर्वे भी किया है, देखा है अभी बहुत से लोग वंचित हैं। अभी कुछ समय पहले बरसात हुई थी, उसके अंदर बहुत से लोगों के घर गिर गए थे और कई लोग ऐसे हैं जिनको अभी भी छत उपलब्ध नहीं है। तो ऐसे लोगों के लिए आप क्या करना चाहेंगे? ਦੇਖੋ ਜੀ ਇਹਦੇ ਵਿੱਚ ਇਹ ਹੈ ਵੀ ਜਦੋਂ ਆਪਣੇ ਕੋਲੇ ਸਰਪੰਚ ਦੀ ਪਾਵਰ ਆ ਜਾਂਦੀ ਹੈ, ਆਪਾਂ ਨੂੰ ਮਤਲਬ ਲੋਨ ਪਾਸ ਕਹਿ ਦਿੰਦੇ ਆ ਜਿਹਨੂੰ ਵੀ ਗਵਰਨਮੈਂਟ ਕਰਦੀ ਹੈ, ਸਿਰਫ ਸਾਈਨ ਹੁੰਦੇ ਆ ਜੀ ਉਹਦੇ, ਸਹੀ ਬੰਦੇ ਨੂੰ ਸਹੀ ਜਗ੍ਹਾ ਦੇ ਉੱਤੇ ਸਹੀ ਚੀਜ਼ ਦੇਣੀ ਚਾਹੀਦੀ ਹੈ। ਇਹ ਥੋੜੀ ਹੈ ਵੀ ਠੀਕ ਹੈ ਜਿਹਦੇ ਕੋਲੇ ਮਤਲਬ ਸਾਰਾ ਕੁਝ ਹੈਗਾ ਉਹਨੂੰ ਆਪਾਂ ਲੋਨ ਤੇ ਲੋਨ ਪਾਸ ਕਰਵਾਈ ਜਾਂਦੇ, ਜਿਹੜਾ ਬਿਲਕੁਲ ਗਰੀਬ ਹੈ ਉਹਨੂੰ ਆਪਾਂ ਕੋਈ ਲਾਭ ਹੀ ਨਹੀਂ ਦੇ ਰਹੇ, ਠੀਕ ਹੈ। ਮੇਰਾ ਮੇਨ ਇਹੀ ਰਹੂਗਾ, ਮੈਂ ਗਰੀਬਾਂ ਦੀ ਵੱਧ ਤੋਂ ਵੱਧ ਮਦਦ ਕਰੂੰਗੀ। ਮੇਰੇ ਪਿੰਡ ਦੇ ਵਿੱਚ ਬਹੁਤ ਹੀ ਪ੍ਰੋਬਲਮਸ ਹੈਗੀਆਂ, ਮਤਲਬ ਮੈਂ ਦੱਸ ਨਹੀਂ ਸਕਦੀ ਕਿਉਂਕਿ ਜਦੋਂ ਮੈਂ ਇੱਕ ਛੋਟੇ ਜਿਹੇ ਪਰਿਵਾਰ ਤੋਂ ਛੋਟੇ ਜਿਹੇ ਘਰ ਤੋਂ ਮਤਲਬ ਨਿਕਲ ਕੇ ਬਾਹਰ ਆਈ ਹਾਂ, ਮੈਂ ਮਤਲਬ ਜ਼ਿਆਦਾ ਨਹੀਂ ਕਹੂੰਗੀ, ਮੇਰਾ ਮਤਲਬ ਸਾਲ ਦਾ ਐਕਸਪੀਰੀਅੰਸ ਇਹ ਕਹਿੰਦਾ ਵੀ ਮੈਂ ਖੁਦ ਮਾਈਂਡ ਐਬਿਲਿਟੀ ਤੋਂ ਪਰੇਸ਼ਾਨ ਹੈ ਵੀ ਲੋਕ ਮਤਲਬ ਇੰਨੀ ਸਮੱਸਿਆ। ਇੱਕ ਸ਼ਾਇਦ ਮਤਲਬ ਇਹ ਗੱਲ ਮੈਂ ਕਰੂੰਗੀ ਤਾਂ ਪਤਾ ਨਹੀਂ ਮੇਰੇ ਤੇ ਗਲਤ ਇਫੈਕਟ ਪਊ, ਪਰ ਮੈਂ ਕਰਨਾ ਚਾਹੁੰਦੀ ਹਾਂ, ਮੈਂ ਤਾਂ ਮਤਲਬ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਘਰ ਹੈਗਾ, ਮੈਂ ਉਹਨਾਂ ਦਾ ਦੇਖਿਆ, ਮੈਂ ਕੱਲ ਉਹਨਾਂ ਨੂੰ ਮਿਲੀ, ਮੈਨੂੰ ਬਹੁਤ ਹੀ ਮਤਲਬ ਚੰਗਾ ਨਹੀਂ ਲੱਗਿਆ ਕਿਉਂਕਿ ਉਹਨਾਂ ਦਾ ਘਰ ਜਲ ਗਿਆ ਸੀਗਾ ਤੇ ਉਹਨਾਂ ਦੇ ਮਤਲਬ ਕਿਸੇ ਦੇ ਘਰ 'ਚ ਰਹਿ ਰਹੇ ਆ, ਪਿੰਡ ਨੇ ਜਾਂ ਸਰਪੰਚ ਨੇ ਉਹਨਾਂ ਦੇ ਕਿਸੇ ਨੇ ਮਤਲਬ ਠੀਕ ਹੈ ਚਲੋ ਪਿੰਡ ਦਾ ਵੀ ਸੀਗਾ ਸਹਿਯੋਗ, ਮੈਨੂੰ ਤਾਂ ਪਤਾ ਹੀ ਕੱਲ ਲੱਗਿਆ ਵੀ ਉਹਨਾਂ ਦਾ ਘਰ ਜਲ ਗਿਆ ਸੀ ਸਾਲ 2 ਸਾਲ ਪਹਿਲਾਂ, ਤਾਂ ਉਹਨਾਂ ਦੀ ਕੋਈ ਛੱਤ ਵਗੈਰਾ ਨਹੀਂ ਹੈ। ਮੇਰੀ ਪਹਿਲੀਆਂ 'ਚ ਕੋਸ਼ਿਸ਼ ਇਹ ਰਹੂਗੀ ਵੀ ਮੈਂ ਉਹਨਾਂ ਦਾ ਘਰ ਦੀ ਮਤਲਬ ਸਮੱਸਿਆ ਦਾ ਹੱਲ ਕਰਾਂ, ਜਿੰਨੀ ਮੇਰੀ ਪਾਵਰ ਹੋਊਗੀ, ਜਿੰਨੀ ਮੇਰੇ ਘਰ ਦੀ ਮਤਲਬ ਹੋਊਗੀ। ਇਹ ਨਹੀਂ ਕਹਿੰਦੀ ਵੀ ਮੈਂ ਮਤਲਬ ਮੇਰੇ ਘਰ ਦੀ ਜਿੰਨੀ ਕੁ ਮੇਰੇ ਘਰ ਦੀ ਪਹੁੰਚ ਹੈ ਮੈਂ ਉਹਨਾਂ ਦੀ ਮਦਦ ਕਰੂੰਗੀ, ਠੀਕ ਹੈ। ਇਹੋ ਜਿਹੇ ਕਈ ਪਰਿਵਾਰਾਂ ਨੂੰ ਮੈਂ ਮਿਲੀ ਹਾਂ ਜਿਨ੍ਹਾਂ ਦੇ ਮਤਲਬ ਜਦ ਸਾਡੇ ਸਾਹਮਣੇ ਵੀ ਇੱਕ ਘਰ ਹੈ ਜਿਨ੍ਹਾਂ ਦੇ ਮਤਲਬ ਬਿਲਕੁਲ ਛੱਤ ਡਿੱਗੀ ਹੋਈ ਹੈ, ਤਾਂ ਮਤਲਬ ਉਹਨਾਂ ਦੇ ਕੋਈ ਫੈਸਿਲਿਟੀ ਨਹੀਂ ਹੈ ਵਿਚਾਰਿਆਂ ਦੇ ਘਰੇ। ਤਾਂ ਮਤਲਬ ਮੈਂ ਇਹਨਾਂ ਚੀਜ਼ਾਂ ਤੇ ਮਤਲਬ ਬਹੁਤ ਜ਼ਿਆਦਾ ਸੋਚ ਕੇ ਤਾਂ ਠੀਕ ਹੈ ਮੈਨੂੰ ਮਤਲਬ ਪਾਵਰ ਥੋੜੀ ਬਹੁਤ ਮਿਲਦੀ ਜਦੋਂ ਮੈਂ ਇਲੈਕਸ਼ਨ ਲੜ ਰਹੀ ਹਾਂ ਸਰਪੰਚ ਵਾਸਤੇ, ਮੈਂ ਇਸ ਲਈ ਅੱਗੇ ਆ ਰਹੀ ਹਾਂ ਕਿਉਂਕਿ ਹਰ ਕੰਮ ਆਪਾਂ ਘਰ ਦੇ ਥਰੂ ਨਹੀਂ ਕਰ ਸਕਦੇ, ਥੋੜੀ ਬਹੁਤ ਆਪਾਂ ਨੂੰ ਗਵਰਨਮੈਂਟ ਦੀ ਜ਼ਰੂਰਤ ਹੁੰਦੀ ਹੈ, ਮਤਲਬ ਇਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਤਾਂ ਆਹ ਦੋਨੇ ਚੀਜ਼ਾਂ ਰਲ ਕੇ ਹੀ ਆਪਾਂ ਇੱਕ ਪਿੰਡ ਦਾ ਵਿਕਾਸ ਕਰ ਸਕਦੇ ਹਾਂ, ਠੀਕ ਹੈ ਜੀ। ठीक है, धन्यवाद आपका। चुनावी हलचल को लेकर हम अब हनुमानगढ़ जिले के सिंहपुरा गांव की ग्राम पंचायत बुगलावाड़ी और सिंहपुरा की जॉइंट पंचायत है, यहाँ पर आए हैं। यहाँ से सरपंच पद प्रत्याशी श्रीमती रमनदीप कौर, वाइफ ऑफ विंदर सिंह बराड़ हमारे साथ बने हुए हैं और इनसे जानते हैं ग्राम पंचायत के अंदर ये पहली बार चुनाव लड़ रहे हैं और गांव की बहुत सी समस्याएं हैं जो इनसे जुड़ी हुई हैं, जो ये जानते भी हैं, उन्हीं को मद्देनज़र रखते हुए इन्होंने चुनाव लड़ने का निश्चय किया है। तो रमनदीप कौर जी, आपका हमारे चैनल पे स्वागत है। आप बताइए भी आप चुनाव लड़ रही हैं तो आपका मन कैसे बना और आगे आप लोगों को जनता के लिए क्या करना चाहती हैं? सत श्री अकाल जी सारे पिंड बगलियां की पंचायत मेरा मतलब
ਮਤਲਬ ਮਨ ਇੱਦਾਂ ਬਣਿਆ ਕਿਉਂਕਿ ਮੈਂ ਆਪਦੇ ਪਿੰਡ ਦਾ, ਦੋਨਾਂ ਪਿੰਡਾਂ ਦਾ ਵਿਕਾਸ ਕਰਨਾ ਚਾਹੁੰਦੀ ਹਾਂ। ਮੈਂ ਵਿਕਾਸ ਲਈ ਅੱਗੇ ਆਉਣਾ ਚਾਹੁੰਦੀ ਹਾਂ, ਸੇਵਾ ਕਰਨਾ ਚਾਹੁੰਦੀ ਹਾਂ, ਸਮਾਜ ਸੇਵਾ ਕਰਨਾ ਚਾਹੁੰਦੀ ਹਾਂ। ਪਿੰਡ ਬਗਲਿਆਂ ਵਾਲੀ 'ਚ, ਪਿੰਡ ਸੇਵਕਪੁਰ 'ਚ, ਦੋਨੇ ਪਿੰਡਾਂ 'ਚ ਵਿਕਾਸ, ਜਿਵੇਂ ਸੜਕਾਂ ਨੂੰ ਲੈ ਕੇ, ਰੋਜ਼ਗਾਰ ਲੈ ਕੇ, ਸਿੱਖਿਆ ਨੂੰ ਲੈ ਕੇ, ਪਾਣੀ ਨਿਕਾਸੀ ਨੂੰ ਲੈ ਕੇ, ਹਰ ਚੀਜ਼ 'ਚ ਮੈਂ ਸੇਵਾ ਕਰਨਾ ਚਾਹੁੰਦੀ ਹਾਂ।